स्वागत है तुहाडा ते तुसीं डेली पोस्ट पंजाबी देख रहे हो। मैं हाँ सुखा खेड़ी वाला। दस दिए कि पल पल की जानकारी लैके तुहाडे तक रूबरू होने। अज असीं ਸਿੰਘੂ बार्डर से एक बार फिर पहुंचे हाँ तो तुहानूं ਜਿਹੜਾ ਹੈਗਾ ਸਟੇਜ ਦੀ ਕਾਰਵਾਈ ਵੀ ਦਿਖਾਈ ਆ, ਲਾਈਵ ਚੱਲ ਰਿਹਾ ਤੇ ਤੁਹਾਨੂੰ ਅਲੱਗ-ਅਲੱਗ ਸ਼ਖਸੀਅਤਾਂ ਨਾਲ ਵੀ ਮਿਲਵਾਵਾਂਗੇ। ਸਾਡੇ ਨਾਲ ਇਸ ਸਮੇਂ ਬੂਟਾ ਜੀ ਨੇ, ਪ੍ਰਧਾਨ ਜੀ, ਇਹਨਾਂ ਨਾਲ ਗੱਲਬਾਤ ਕਰਾਂਗੇ ਪੂਰੀ ਅੰਦੋਲਨ ਬਾਰੇ ਕਿ ਆਖਿਰਕਾਰ ਅੰਦੋਲਨ ਕਿੱਥੇ ਤੱਕ ਪਹੁੰਚਿਆ ਤੇ ਕਿੱਥੇ ਅੱਗੇ ਜਿਹੜੀ ਰਣਨੀਤੀ ਲਈ ਹੈ, ਕਿਉਂਕਿ ਪੰਜਾਬ ਦੀ ਫੇਰੀ ਤੇ ਵੀ ਜਿਹੜੇ ਬੂਟਾ ਜੀ ਜਾ ਕੇ ਆਏ ਨੇ। ਸਵਾਗਤ ਹੈ ਪ੍ਰਧਾਨ ਜੀ ਤੁਹਾਡਾ ਡੇਲੀ ਪੋਸਟ ਪੰਜਾਬੀ ਤੇ ਜੀ। ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ। ਪ੍ਰਧਾਨ ਜੀ, ਪੰਜਾਬ ਫੇਰੀ ਜਾ ਕੇ ਆਏ ਹੋ, ਪੰਜਾਬ ਦੇ ਵਿੱਚ ਕੀ ਸੁਣਿਆ, ਕੀ ਮਾਹੌਲ ਇਸ ਸਮੇਂ ਪੰਜਾਬ ਦੀ ਜੇਕਰ ਗੱਲ ਕਰੀਏ? ਦੇਖੋ, ਅਸੀਂ ਪੰਜਾਬ ਦੇ ਵਿੱਚ ਜਿਹੜੇ ਚੱਲਦੇ ਐਜੀਟੇਸ਼ਨ ਆ ਉਹਨੂੰ ਛੱਡ ਕੇ ਆ ਗਏ ਸੀ। ਜਿਹੜੀ ਟੋਲ ਪਲਾਜੇ ਤੇ ਮਾਲ ਤੇ ਜਿਹੜੇ ਰਿਲਾਇੰਸ ਦੇ ਪੰਪ ਹੈ, ਰੇਲਵੇ ਪਾਰਕਾਂ 'ਚ ਤੇ ਬੀਜੇਪੀ ਦੇ ਲੀਡਰਾਂ ਦੇ ਅੱਗੇ ਜਿਹੜੇ ਧਰਨੇ ਦੇਣੇ ਸੀ, ਸਾਨੂੰ ਇਹ ਲੱਗਦਾ ਸੀ ਕਿ ਜਦੋਂ ਅਸੀਂ ਦਿੱਲੀ ਚਲੇ ਗਏ ਕਿਤੇ ਦਿੱਲੀ ਵਾਲਾ ਮਾਹੌਲ ਜ਼ਿਆਦਾ ਭਖ ਗਿਆ ਤੇ ਪੰਜਾਬ ਵਾਲਾ ਮੱਠਾ ਨਾ ਪੈ ਜੇ। ਪਰ ਅਸੀਂ ਕਈ ਥਾਂ ਜਾ ਕੇ ਆਏ ਹਾਂ ਸਟੇਜਾਂ ਦੇ ਉੱਪਰ, ਬਿਲਕੁਲ ਜਿਹੜਾ ਜੋਸ਼ ਹੈ, ਬਹੁਤ ਜ਼ਿਆਦਾ ਜੋਸ਼ ਆ ਪੰਜਾਬ ਦੇ ਲੋਕਾਂ ਦੇ ਵਿੱਚ। ਪਹਿਲਾਂ ਨਾਲੋਂ ਇਕੱਠ ਵੱਡੇ ਹੋਏ ਪਏ ਆ। ਔਰਤਾਂ ਦੀ ਖਾਸ ਕਰਕੇ ਭੂਮਿਕਾ ਦੇਖ ਕੇ ਆਏ ਹਾਂ ਅਸੀਂ। ਇੱਕ ਨਵੀਂ ਕਿਸਮ ਦਾ ਮਾਹੌਲ ਮਤਲਬ ਸਿਰਜਿਆ ਹੋਇਆ। ਇੱਕ ਤਾਂ ਇਹ ਮੈਂ ਦੇਖ ਕੇ ਆਇਆ ਪੰਜਾਬ ਦੇ ਵਿੱਚ। ਦੂਸਰਾ, ਹਰ ਕੋਠੇ ਦੇ ਉੱਤੇ, ਹਰ ਘਰ ਦੇ ਉੱਪਰ ਜਾ ਕੇ ਦੇਖੋ ਤੁਸੀਂ, ਝੰਡੇ ਝੂਲਦੇ ਆ ਜਥੇਬੰਦੀਆਂ ਦੇ। ਜਥੇਬੰਦੀ ਕੋਈ ਵੀ ਹੋਵੇ, ਇਹ ਇੱਕ ਨਵਾਂ ਮਾਹੌਲ ਸਿਰਜਿਆ ਗਿਆ। ਦੂਸਰਾ, ਜਿਹੜਾ ਗੱਲਬਾਤ ਹੋਈ ਹੈ ਮਾਈਆਂ ਦੇ ਨਾਲ, ਭੈਣਾਂ ਦੇ ਨਾਲ, ਉੱਥੇ ਉਹਨਾਂ ਨੇ ਇਹ ਗੱਲ ਦੱਸੀ ਸਾਨੂੰ ਕਿ ਅੱਗੇ ਬੱਸਾਂ ਦੇ ਵਿੱਚ ਜਦੋਂ ਬੈਠਦੀਆਂ ਸੀ ਐਡੇ ਗੰਦੇ ਗਾਣੇ ਲੱਗਦੇ ਸੀ ਤਾਂ ਕਿ ਸਾਨੂੰ ਬੈਠਣਾ ਉੱਥੇ ਔਖਾ ਹੋ ਜਾਂਦਾ ਸੀ। ਤੇ ਅੱਜ ਉਹ ਗਾਣੇ ਪਤਾ ਹੀ ਨਹੀਂ ਕਿੱਧਰ ਨੂੰ ਗਏ। ਬਿਲਕੁਲ ਜਿਹੜੇ ਦਿੱਲੀ ਦੀ ਹਕੂਮਤ ਦੇ ਮਤਲਬ ਜਿਹੜੇ ਗੀਤ ਵੱਜਦੇ ਨੇ, ਤੇ ਸਾਡੇ ਨੌਜਵਾਨ ਜਿਹੜੇ ਮਤਲਬ ਇਕੱਠੇ ਹੋ ਕੇ ਰਾਤ ਸ਼ਾਮ ਨੂੰ ਸ਼ਰਾਬਾਂ ਪੀਂਦੇ ਸੀ ਜਾਂ ਹੋਰ ਕੁਝ ਕਰਦੇ ਸੀ, ਨਸ਼ੇੜੀ ਦੇ ਤੌਰ ਤੇ ਬਦਨਾਮ ਹੋ ਚੁੱਕੇ ਸੀ, ਉਹਨਾਂ ਦਾ ਵੀ ਮਾਹੌਲ ਬਦਲ ਗਿਆ। ਇੱਕ ਦੂਜੇ ਨੂੰ ਪੁੱਛਦੇ ਆ ਕਿ ਦਿੱਲੀ ਆਪਾਂ ਕਦੋਂ ਚੱਲੀਏ ਤੇ ਧਰਨੇ 'ਚ ਆਪਾਂ ਕਦੋਂ ਜਾਣਾ ਹੈ, ਕਿਹੜੇ ਦਿਨ ਜਾਣਾ ਹੈ। ਟੋਲੀਆਂ ਬਣਾ ਕੇ ਮਤਲਬ ਇਹ ਗੱਲਾਂ ਕਰਦੇ ਆ ਹੁਣ। ਤੇ ਸਾਰਿਆਂ ਦੀਆਂ ਜੇਬਾਂ ਦੇ ਉੱਪਰ ਜਥੇਬੰਦੀਆਂ ਦੇ ਬੈਜ ਲੱਗੇ ਹੋਏ ਆ ਤੇ ਹਰ ਮੋਟਰਸਾਈਕਲ ਦੇ ਉੱਪਰ ਸਟicker ਲੱਗਿਆ ਹੋਇਆ, ਹਰ ਵਹੀਕਲ ਦੇ ਉੱਪਰ ਝੰਡਾ ਲੱਗਿਆ ਹੋਇਆ। ਇੱਕ ਨਵੀਂ ਕਿਸਮ ਦਾ ਮਾਹੌਲ ਬਣ ਗਿਆ ਪੰਜਾਬ ਦੇ ਵਿੱਚ। ਪ੍ਰਧਾਨ ਜੀ, ਤੁਸੀਂ ਗੱਲ ਕੀਤੀ ਹੈ ਨਸ਼ੇੜੀਆਂ ਦੀ ਕਿ ਬਹੁਤ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਚੇਂਜ ਹੋ ਗਿਆ। ਇੱਕ ਵੱਡੀ ਗੱਲ ਤੁਸੀਂ ਵੀ ਵੇਖੀ ਹੋਏਗੀ, ਜਿਹੜੇ ਪੰਜਾਬ ਦੇ ਵਿੱਚ ਊਟ ਸੈਂਟਰ, ਨਸ਼ਾ ਛੋੜ ਕੇਂਦਰ ਨੇ, ਉਹ ਬਿਲਕੁਲ ਬੰਦ ਹੋਣ ਦੀ ਕਗਾਰ ਤੇ ਨੇ। ਮਤਲਬ ਕਹਿ ਸਕਦੇ ਹਾਂ ਕਿ ਜਿਹੜੇ ਨੌਜਵਾਨ, ਕੁਝ % ਨੌਜਵਾਨ ਸੀ, ਉਹ ਵੀ ਦਿੱਲੀ ਆ ਕੇ ਜਿਹੜਾ ਹੈਗਾ ਹੁਣ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ ਤੇ ਉਹ ਵੀ ਜਿਹੜਾ ਹੈਗਾ ਹੁਣ ਪੂਰਨ ਤੌਰ ਤੇ ਜਿਹੜਾ ਕਿਸਾਨੀ ਨੂੰ ਬਚਾਉਣ ਦੇ ਇਸ ਅੰਦੋਲਨ ਵਿੱਚ ਕੁੱਦੇ ਹੋਏ ਨੇ। ਦੇਖੋ, ਬਹੁਤ ਵੱਡੀ ਪੱਧਰ ਤੇ ਸਾਨੂੰ ਉਮੀਦ ਨਹੀਂ ਸੀ। ਕੋਸ਼ਿਸ਼ ਤਾਂ ਅਸੀਂ ਕੀਤੀ, ਜਦੋਂ ਟਰੈਕਟਰ ਮਾਰਚ ਕੀਤੇ ਨਾ, ਉਹਦੇ ਪਿੱਛੇ ਸਾਡਾ ਮਨਸਾ ਇਹ ਸੀ ਕਿ ਨੌਜਵਾਨਾਂ ਨੂੰ ਵਿੱਚ ਕਿਵੇਂ ਸ਼ਾਮਲ ਕੀਤਾ ਜਾਵੇ। ਫਿਰ ਅਸੀਂ ਮੀਟਿੰਗ ਦੇ ਵਿੱਚ ਫੈਸਲਾ ਲਿਆ ਕਿ ਜਿਹੜੇ ਟਰੈਕਟਰ ਹੈ ਆਮ ਤੌਰ ਤੇ ਨੌਜਵਾਨ ਚਲਾਉਂਦੇ ਆ, ਜੇ ਟਰੈਕਟਰਾਂ ਦਾ ਸੱਦਾ ਦੇਵਾਂਗੇ ਤਾਂ ਨੌਜਵਾਨ ਲਾਜ਼ਮੀ ਆਉਣਗੇ। ਤਾਂ ਵੱਡੀ ਗਿਣਤੀ ਦੇ ਵਿੱਚ, 10,000 ਦੀ ਗਿਣਤੀ ਦੇ ਵਿੱਚ ਨੌਜਵਾਨ ਟਰੈਕਟਰ ਲੈ ਕੇ ਬਾਹਰ ਨਿਕਲੇ। ਉਸ ਤੋਂ ਬਾਅਦ ਅਸੀਂ ਮੋਟਰਸਾਈਕਲਾਂ ਦਾ, ਕਾਰਾਂ ਦਾ ਸੱਦਾ ਦਿੱਤਾ। ਇਹਦੇ ਪਿੱਛੇ ਵੀ ਸਾਡਾ ਮਨਸਾ ਇਹ ਸੀ ਕਿ ਨੌਜਵਾਨਾਂ ਨੂੰ ਨਾਲ ਜੋੜਿਆ ਜਾਵੇ। ਵੱਡੀ ਗਿਣਤੀ ਦੇ ਵਿੱਚ ਫਿਰ ਮਤਲਬ ਚੇਤਾਵਨੀ ਪੱਤਰ ਜਿਹਦੇ ਅਸੀਂ ਦਿੱਤੇ ਆ, ਮੋਟਰਸਾਈਕਲ ਲੈ ਕੇ ਨੌਜਵਾਨ ਆਏ। ਉਸ ਤੋਂ ਬਾਅਦ ਅਸੀਂ ਫਿਰ ਇਹਨਾਂ ਦੀਆਂ ਕਮੇਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਨੌਜਵਾਨਾਂ ਦੀਆਂ। ਕਾਫੀ ਪਿੰਡਾਂ ਦੇ ਵਿੱਚ, ਵੱਡੀ ਗਿਣਤੀ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਦੇ ਗਰੁੱਪ ਬਣਾ ਚੁੱਕੇ ਹਾਂ। ਤੇ ਅੱਜ ਪੂਰੇ ਦਾ ਪੂਰਾ ਨੌਜਵਾਨ ਹੈ ਜਿਹੜਾ, ਖਾਸ ਕਰਕੇ ਪੰਜਾਬ ਦਾ, ਹਰਿਆਣੇ ਦਾ ਜੋ ਦੇਖਣ ਨੂੰ ਮਿਲਦਾ, ਤੇ ਪੂਰਾ ਅੰਦੋਲਨ ਦੇ ਵਿੱਚ ਕੁੱਦਿਆ ਹੋਇਆ। ਅੱਗੇ ਫਿਕਰ ਹੁੰਦਾ ਸੀ ਕਿ ਬਜ਼ੁਰਗ ਜਾਂਦੇ ਆ, ਹੁਣ ਬਜ਼ੁਰਗ ਘਰਾਂ ਦੇ ਵਿੱਚ ਹੈ ਤੇ ਨੌਜਵਾਨ ਮਤਲਬ ਅਗਵਾਈ ਕਰ ਰਹੇ ਆ, ਅੰਦੋਲਨ ਕਰ ਰਹੇ। ਪ੍ਰਧਾਨ ਜੀ, ਜੇਕਰ ਆਪਾਂ ਜਿਹੜਾ ਟਰੈਕਟਰ ਰੈਲੀ, ਟਰੈਕਟਰ ਮਾਰਚ ਦੀ ਗੱਲ ਕਰੀਏ, ਬਹੁਤ ਵੱਡਾ ਕਾਫਲਾ ਕੁੰਡਲੀ ਤੇ ਜਿਹੜਾ ਹੈਗਾ ਉਧਰ ਦੂਸਰੇ ਬਾਰਡਰ ਤੇ ਦੇਖਣ ਨੂੰ ਮਿਲਿਆ, ਜਿਹੜਾ ਹੈਗਾ ਟਿਕਰੀ ਬਾਰਡਰ ਤੇ। ਕੀ ਕਹੋਗੇ, ਕਿਸ ਤਰ੍ਹਾਂ ਦੇਖਦੇ ਹੋ ਇਸ ਜਿਹੜਾ ਟ੍ਰੇਲਰ ਸੀ ਇਹ? ਦੇਖੋ, ਅਸੀਂ ਇਹਨੂੰ ਰਹਿਸਲ ਦਾ ਨਾਮ ਦਿੱਤਾ ਸੀ ਕਿ 26 ਜਨਵਰੀ ਦੀ ਭਾਰਤ ਸਰਕਾਰ ਰਹਿਸਲ ਕਰ ਰਹੀ ਹੈ, ਪੁਲਿਸ ਨੂੰ ਰਹਿਸਲ ਕਰਾ ਰਹੀ ਹੈ, ਬੱਚਿਆਂ ਨੂੰ ਰਹਿਸਲ ਕਰਾ ਰਹੀ ਹੈ, ਫੌਜੀਆਂ ਨੂੰ ਰਹਿਸਲ ਕਰਾ ਰਹੀ ਹੈ, ਉਹ ਟੈਂਕਾਂ ਤੋਪਾਂ ਦੀ ਰਹਿਸਲ ਕਰ ਰਹੇ ਆ। ਅਸੀਂ ਵੀ ਤਾਂ ਫਿਰ ਆਪਣੇ ਗੱਡਿਆਂ ਨੂੰ ਨਾਲ ਲੈ ਕੇ ਰਹਿਸਲ ਕਰ ਗਏ। ਉਹ ਸਾਨੂੰ ਲੱਗਦਾ ਐਡੀ ਗਿਣਤੀ ਨਹੀਂ ਸੀ ਲੱਗਦੀ ਕਿ ਐਡੀ ਗਿਣਤੀ ਦੇ ਵਿੱਚ ਟਰੈਕਟਰ ਨਿਕਲੇ ਹੋਣਗੇ, ਕਿਉਂਕਿ ਟਰੈਕਟਰ ਖੜੇ ਤਾਂ ਬਹੁਤ ਲੱਖਾਂ ਦੀ ਗਿਣਤੀ 'ਚ ਖੜਾ ਇੱਥੇ, ਪਰ ਉਹ ਫਸੇ ਖੜੇ ਆ, ਤੰਬੂ ਲਾਏ ਹੋਏ ਆ। ਉਮੀਦ ਨਹੀਂ ਸੀ ਸਾਨੂੰ ਕਿ ਐਡੀ ਵੱਡੀ ਗਿਣਤੀ 'ਚ ਜਾਣਗੇ। ਤਾਂ ਜਦੋਂ ਇਹ ਸੱਦਾ ਦਿੱਤਾ, ਜਿਵੇਂ ਲੋਕਾਂ ਨੇ ਮਤਲਬ ਟਰੈਕਟਰ ਲੈ ਕੇ ਆਂਦੇ, ਤਾਂ ਉਹਨਾਂ ਦੀ ਗਿਣਤੀ ਕਰਨੀ ਤਾਂ ਔਖੀ ਹੈ। ਕਿਲੋਮੀਟਰਾਂ ਦੀ ਗਿਣਤੀ ਹੋ ਸਕਦੀ ਹੈ ਕਿ ਜਿਵੇਂ ਟਿੱਕਰੀ ਬਾਰਡਰ ਤੋਂ ਲੈ ਕੇ ਸਿੰਘੂਪੁਰ ਬਾਰਡਰ 70 ਕਿਲੋਮੀਟਰ ਹੈ। 70 ਕਿਲੋਮੀਟਰ ਦੇ ਵਿੱਚ ਪੂਰਾ ਜਾਮ ਸੀ। ਇਵੇਂ ਜਿਵੇਂ ਪਲਵਲ 110 ਕਿਲੋਮੀਟਰ ਹੈ, ਗਾਜ਼ੀਆਬਾਦ ਹੈ, ਉਧਰ ਨੂੰ ਸਾਰੇ ਟਰੈਕਟਰ ਹੀ ਟਰੈਕਟਰ ਦਿਸ ਰਹੇ ਸੀ। ਐਂ ਲੱਗਦਾ ਸੀ ਜਿਵੇਂ ਕਿਤੇ ਸਾਰੇ ਦੇ ਸਾਰੇ ਟਰੈਕਟਰ ਹਿੰਦੁਸਤਾਨ ਦੇ ਦਿੱਲੀ ਦੇ ਵਿੱਚ ਆ ਗਏ ਹੁਣ। ਤੇ ਜਿਹੜਾ ਹੁਣ 26 ਨੂੰ ਪਰੇਡ ਹੋਣੀ ਹੈ, 26 ਬਾਰੇ ਅਸੀਂ ਜਾਣਕਾਰੀ ਜ਼ਰੂਰ ਲਵਾਂਗੇ, ਕਿਉਂਕਿ ਪੂਰੇ ਉਤਸੁਕ ਨੇ ਲੋਕ ਜਿਹੜੇ ਇਸ ਐਜੀਟੇਸ਼ਨ ਦਾ ਹਿੱਸਾ ਨੇ, ਬਾਰਡਰਾਂ ਤੇ
ਬੈਠੇ ਨੇ ਜਾਂ ਫਿਰ ਪਿੰਡਾਂ ਦੇ ਵਿੱਚ ਬੈਠੇ ਨੇ, ਹਰਿਆਣੇ ਹੋਣ, ਪੰਜਾਬ ਦੇ ਹੋਣ, ਉਹਨਾਂ ਨੂੰ 26 ਤਾਰੀਖ ਨੂੰ ਕੀ ਪਲੈਨਿੰਗ ਆ, ਕੀ ਹੈ, ਉਸ ਬਾਰੇ ਵਿਚਾਰ ਥੋੜਾ ਵਿਸਤਾਰਪੂਰਵਕ ਪ੍ਰਧਾਨ ਜੀ ਦੱਸੋ। ਹਾਂ ਦੇਖੋ 26 ਜਨਵਰੀ ਦਾ ਜਿਹੜਾ ਇਤਿਹਾਸਕ ਦਿਹਾੜਾ ਹੈ, 26 ਜਨਵਰੀ ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ। ਇਹ ਇੱਕ ਮੌਕਾ ਮੇਲ ਇਹੋ ਜਿਹਾ ਬਣ ਗਿਆ ਕਿ ਜਿਹੜਾ ਸਾਡਾ ਅੰਦੋਲਨ ਹੈ ਉਹ ਲੰਮਾ ਹੋ ਕੇ 26 ਜਨਵਰੀ ਤੱਕ ਆ ਗਿਆ। ਸਾਨੂੰ ਕਦੇ ਵੀ ਭਾਰਤ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਜਾਂ ਹਰਿਆਣੇ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੋਵੇ ਕਿ ਤੁਸੀਂ ਆਓ 26 ਜਨਵਰੀ ਦੀ ਪਰੇਡ ਦੇ ਵਿੱਚ ਸ਼ਾਮਲ ਹੋਵੋ, ਜਦੋਂ ਕਿ ਵਿਦੇਸ਼ਾਂ ਨੂੰ ਤਾਂ ਸੱਦਿਆ ਜਾਂਦਾ, ਪਰਾਹੁਣਚਾਰੀ ਕੀਤੀ ਜਾਂਦੀ ਹੈ, ਪ੍ਰਧਾਨ ਮੰਤਰੀ ਕਿਤੋਂ ਦਾ, ਰਾਸ਼ਟਰਪਤੀ, ਉਹਨਾਂ ਨੂੰ ਮਹਿਮਾਨ ਬਣਾ ਕੇ ਸੱਦਿਆ ਜਾਂਦਾ, ਪਰ ਸਾਨੂੰ ਨਹੀਂ ਸੀ ਸੱਦਾ ਦਿੱਤਾ। ਇਹ ਮੌਕਾ ਮੇਲ ਇਹੋ ਜਿਹਾ ਹੋ ਗਿਆ। ਇਹਨੂੰ ਇਸ ਦਿਨ ਨੂੰ ਇਉਂ ਨਹੀਂ ਲੈਣਾ ਚਾਹੀਦਾ ਕਿ ਅਸੀਂ ਕੋਈ ਹੜਦੋਲ ਮਚਾ ਦਿਆਂਗੇ ਜਾਣੀ ਜਾਂ ਭੰਨ ਤੋੜ ਕਰ ਦਿਆਂਗੇ, ਕੁਝ ਨਹੀਂ ਕਰਨਾ। ਅਸੀਂ ਕਰਨਾ ਕੀ ਹੈ ਕਿ 26 ਜਨਵਰੀ ਨੂੰ ਸਾਡਾ ਵੀ ਉਨਾ ਹੀ ਹੱਕ ਹੈ, ਜਿੰਨਾ ਵਿਦੇਸ਼ਾਂ ਦੇ ਲੋਕਾਂ ਦਾ ਹੱਕ ਹੈ ਇੱਥੇ ਆਉਣ ਦਾ, ਸਾਡਾ ਵੀ ਉਨਾ ਹੀ ਹੱਕ ਹੈ। ਜਮਹੂਰੀ ਢੰਗ ਤਰੀਕੇ ਨਾਲ ਅਸੀਂ ਜਾਵਾਂਗੇ ਤੇ ਸਾਡਾ ਭਾਰਤ ਦਾ ਸੰਵਿਧਾਨ ਸਾਨੂੰ ਵੀ ਆਜ਼ਾਦੀ ਦਿੰਦਾ ਇਹਦੀ ਕਿ ਅਸੀਂ ਵੀ ਉਸ ਪਰੇਡ ਦੇ ਵਿੱਚ ਸ਼ਾਮਲ ਹੋਈਏ। ਅਸੀਂ ਪੂਰੀ ਸ਼ਾਂਤੀ ਪੀਸਫੁਲ ਰਹਿ ਕੇ ਮਤਲਬ ਆਪਣੇ ਟਰੈਕਟਰ ਲੈ ਕੇ ਉਸ ਪਰੇਡ ਦੇ ਵਿੱਚ ਸ਼ਾਮਲ ਹੋਣ ਜਾਵਾਂਗੇ। ਔਰ ਨਹੀਂ ਸਰਕਾਰ ਹੋਣ ਦਿੰਦੀ ਤਾਂ ਸਰਕਾਰ ਦੀ ਮਰਜ਼ੀ ਹੈ, ਸਾਡੇ ਵੱਲੋਂ ਕੋਈ ਕਿਸੇ ਕਿਸਮ ਦਾ ਹੋ ਨਹੀਂ ਹੋਊਗਾ। ਪ੍ਰਧਾਨ ਜੀ ਜੇਕਰ ਸੱਦਾ ਅਸੀਂ ਇਹ ਦੇਵਾਂਗੇ, ਸੱਦਾ ਪੂਰੇ ਭਾਰਤ ਦੇ ਵਿੱਚ ਦੇਵਾਂਗੇ ਕਿ ਹਰ ਭਾਰਤ ਵਾਸੀ ਜਿਹੜਾ ਆਪਣਾ ਗੱਡਾ ਹੈ ਟਰੈਕਟਰ ਉਹ ਘਰੇ ਨਾ ਖੜਾਵੇ ਉਸ ਦਿਨ, ਉਹ ਸੜਕਾਂ ਤੇ ਹੀ ਹੋਣਾ ਚਾਹੀਦਾ। ਤੇ ਦਿੱਲੀ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਕਿਤੇ ਖੜਨ ਨੂੰ ਥਾਂ ਨਹੀਂ ਮਿਲਣਾ, ਇੰਨੇ ਟਰੈਕਟਰ ਇਕੱਠੇ ਹੋ ਜਾਣੇ। ਪ੍ਰਧਾਨ ਜੀ ਸਿਰਫ 26 ਨੂੰ ਹੀ ਕਾਲ ਆ ਜਾਂ 26 ਤੋਂ ਪਹਿਲਾਂ ਆਉਣ, ਕਿਉਂਕਿ ਰਣਨੀਤੀ ਵੀ ਤਿਆਰ ਕਰਨੀ ਆ, ਸਫ਼ਰ ਵੀ ਤੈਅ ਕਰਨਾ, ਕਿ ਲੱਗਦਾ ਕਿ 26 ਤੋਂ ਪਹਿਲਾਂ ਨੌਜਵਾਨ ਨੂੰ ਆ ਜਾਣਾ ਚਾਹੀਦਾ ਇਹਨਾਂ ਬਾਰਡਰਾਂ ਤੇ। ਦੇਖੋ ਨੌਜਵਾਨ ਤਾਂ ਆਪ ਹਮਾਰੇ ਬਹੁਤ ਤੁਰੇ ਆਉਂਦੇ ਆ, ਹੁਣ ਤੁਸੀਂ ਜਾ ਕੇ ਦੇਖੋ, ਅਜੇ ਅਸੀਂ ਸੱਦਾ ਨਹੀਂ ਦਿੱਤਾ ਬਕਾਇਦਾ ਤੌਰ ਤੇ ਸੱਦਾ ਅਸੀਂ ਦੇਵਾਂਗੇ ਨੌਜਵਾਨਾਂ ਨੂੰ, ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਤਿਆਰੀ ਕਰੀ ਬੈਠੇ ਆ। ਪ੍ਰਧਾਨ ਜੀ ਪਿੰਡਾਂ ਦੇ ਵਿੱਚ ਵੀ ਜਾ ਕੇ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਇਹ ਸੱਦਾ ਪੱਤਰ ਦਿੱਤਾ ਜਾਂਦਾ, ਸੰਦੇਸ਼ ਦਿੱਤਾ ਜਾ ਰਿਹਾ ਕਿ ਉਹ ਟਰੈਕਟਰ ਲੈ ਕੇ ਵੱਡੀ ਗਿਣਤੀ ਦੇ ਵਿੱਚ ਕੋਈ ਟੀਮਾਂ ਗਠਿਤ ਕੀਤੀਆਂ ਗਈਆਂ ਨੇ, ਕੋਈ ਇਦਾਂ ਦੇ ਕੋਈ ਸਮਾਗਮ ਜਿਵੇਂ ਟੋਲ ਪਲਾਜ਼ਾ ਤੇ ਆਪਣੇ ਬੰਦੇ ਵਿਅਕਤੀ ਬੈਠੇ ਨੇ, ਨੌਜਵਾਨ ਬੈਠੇ ਨੇ, ਬਜ਼ੁਰਗ ਬੈਠੇ ਨੇ ਉੱਥੇ ਟੋਲ ਪਲਾਜ਼ਾ ਤੇ, ਕਿ ਲੱਗਦਾ ਕਿ ਉਹਨਾਂ ਨੂੰ ਵਚਨ ਜਿਹੜਾ ਹੈਗਾ ਕਿਹਾ ਜਾ ਰਿਹਾ ਕਿ 26 ਨੂੰ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਮਾਹੌਲ। ਦੇਖੋ ਜਦੋਂ ਅਸੀਂ 6 ਤਰੀਕ ਦਾ ਸੱਦਾ ਦਿੱਤਾ ਸੀ, ਬਾਰਿਸ਼ ਹੋਣ ਕਰਕੇ ਪੰਜਾਬ ਦੇ ਵਿੱਚ ਹੈ ਨਹੀਂ ਸੀ, ਇੱਥੇ ਬਾਰਿਸ਼ ਹੋਈ, ਅਸੀਂ 7 ਕਰਤਾ ਤੇ 6 ਤਰੀਕ ਨੂੰ ਜਿਹੜੇ ਮੁਜ਼ਾਹਰੇ ਹੋਏ ਆ ਪੰਜਾਬ ਦੇ ਵਿੱਚ ਟਰੈਕਟਰਾਂ ਤੇ, ਫਿਰੋਜ਼ਪੁਰ ਦੇ ਵਿੱਚ 1200 ਦੀ ਗਿਣਤੀ ਦੇ ਵਿੱਚ ਟਰੈਕਟਰਾਂ ਦਾ ਮੁਜ਼ਾਹਰਾ ਹੋਇਆ, ਤੇ ਇਵੇਂ ਜਿਵੇਂ ਫਰੀਦਕੋਟ ਦੇ ਵਿੱਚ 3-4 ਹਜ਼ਾਰ ਮਤਲਬ ਟਰੈਕਟਰ ਮਤਲਬ ਉੱਥੇ ਨਿਕਲਿਆ, ਵੱਡੀ ਗਿਣਤੀ ਦੇ ਵਿੱਚ ਲੋਕ ਤਿਆਰ ਬੈਠੇ। ਸੱਦਾ ਕੋਈ ਵੀ ਦੇ ਦਿਓ 1 ਘੰਟੇ ਦੇ ਵਿੱਚ ਲਾਗੂ ਹੋ ਜਾਊਗਾ। ਬਿਲਕੁਲ। ਤੇ ਪ੍ਰਧਾਨ ਜੀ ਜੇਕਰ ਗੱਲ ਕਰੀਏ ਆਪਾਂ 26 ਜਨਵਰੀ ਦੀ, ਜੇਕਰ ਉੱਥੇ ਪਰੇਡ ਦੇ ਵਿੱਚ ਸ਼ਾਮਿਲ ਨਾ ਹੋਣ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕੀ ਰਣਨੀਤੀ ਹੋਏਗੀ? ਹਾਲਾਂਕਿ ਪੀਸਫੁਲ ਰਹੇਗਾ, ਸ਼ਾਂਤੀਪੂਰਵਕ ਰਹੇਗਾ, ਜਿਸ ਤਰ੍ਹਾਂ ਕਿ ਹੁਣ ਅੰਦੋਲਨ ਇੱਥੇ ਤੱਕ ਪਹੁੰਚਿਆ, ਸਿਖਰ ਤੇ ਪਹੁੰਚਿਆ, ਤੇ ਉਸ ਤੋਂ ਬਾਅਦ ਕੀ ਰਣਨੀਤੀ ਹੋਏਗੀ, ਕਿਸ ਤਰ੍ਹਾਂ ਉਹਨਾਂ ਨੂੰ ਸਮਝਾਇਆ ਜਾਏਗਾ? ਦੇਖੋ ਇਹ ਭਾਰਤ ਸਰਕਾਰ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਹੋਊਗੀ ਜੇ ਭਾਰਤ ਦੇ ਕਿਸਾਨਾਂ ਨੂੰ ਹੀ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਦਿੰਦੇ, ਤਾਂ ਇਦੋਂ ਵੱਡਾ ਹੋਰ ਮਤਲਬ ਅਪਰਾਧ ਕੀ ਹੋਊਗਾ? ਅਸੀਂ ਕਹਾਂਗੇ ਪੂਰੀ ਦੁਨੀਆ ਦੇ ਵਿੱਚ ਭੰਡਾਂਗੇ ਇਹਨੂੰ, ਆਪਣੇ ਆਪ ਹੀ ਮੀਡੀਆ ਨਹੀਂ ਭੰਡ ਦੇਣਾ ਕਿ ਦੇਖੋ ਕਹੇ ਜੀ ਜਮਹੂਰੀਅਤ ਹੈ, ਕਿਉਂਕਿ ਸਪੀਚ ਉੱਥੇ ਇਹ ਵੀ ਹੋਣੀ ਹੈ ਨਾ ਕਿ ਭਾਰਤ ਦੁਨੀਆ ਦੇ ਵਿੱਚੋਂ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ, ਤੇ ਇਹ ਲੋਕਤੰਤਰ ਦਾ ਉਹਦੇ ਪਤਾ ਲੱਗਣਾ 26 ਜਨਵਰੀ ਨੂੰ ਹੈ ਜਾਂ ਨਹੀਂ ਹੈ। ਜੀ ਪ੍ਰਧਾਨ ਜੀ ਲੱਗਦਾ ਕਿ ਅਗਲੀ ਤਾਰੀਖ ਤੇ ਜਿਹੜੀ ਹੈਗੇ ਜਥੇਬੰਦੀਆਂ ਜਾਣਗੀਆਂ ਕੇਂਦਰ ਨਾਲ ਗੱਲਬਾਤ ਕਰਨਾ? ਬਿਲਕੁਲ ਜਾਵਾਂਗੇ, ਗੱਲਬਾਤ 'ਚ ਜਾਵਾਂਗੇ ਤੇ ਗੱਲਬਾਤ 'ਚ ਆਪਦੀ ਦਲੀਲਬਾਜ਼ੀ ਰੱਖਾਂਗੇ, ਔਰ ਨਿਮੇੜਨਾ ਨਾ ਨਿਮੇੜਨਾ ਇਹ ਸਰਕਾਰ ਦਾ ਕੰਮ ਹੈ। ਅਸੀਂ ਇਸ ਮਤਲਬ ਦ੍ਰਿੜਤਾ ਨਾਲ ਬੈਠੇ ਆ ਇੱਥੇ ਕਿ ਭਾਵੇਂ ਸਾਨੂੰ ਵਿਸਾਖੀ ਕਿਉਂ ਨਾ ਆ ਜੇ ਇੱਥੇ, ਬਿਲਕੁਲ ਜਦ ਤੱਕ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ ਵਾਪਸ ਨਹੀਂ ਜਾਵਾਂਗੇ। ਪੂਰਾ ਸਾਨੂੰ ਸਮਰਥਨ ਮਿਲ ਰਿਹਾ, ਪੂਰੇ ਵੱਡ ਦੇ ਵਿੱਚੋਂ ਸਮਰਥਨ ਮਿਲ ਰਿਹਾ। ਪ੍ਰਧਾਨ ਜੀ ਜੇਕਰ ਗੱਲ ਕਰੀਏ ਕਿ ਜਿਹੜਾ ਹੈਗਾ ਅਸਰ, ਜਿਸ ਤਰ੍ਹਾਂ ਦੇਖੋ ਟਰੈਕਟਰ ਮਾਰਚ ਇੱਕ ਟ੍ਰੇਲਰ ਸੀ, ਟ੍ਰੇਲਰ ਦੀ ਗੱਲ ਕਰੀਏ ਜਾਂ ਫਿਰ ਆਪਾਂ ਗੱਲ ਕਰੀਏ 26 ਜਨਵਰੀ ਦਿੱਤੀ ਗਈ ਕਾਲ ਦੀ, ਕਿ ਲੱਗਦਾ ਕੇਂਦਰ ਸਰਕਾਰ ਦੇ ਥੋੜਾ ਮੋਟਾ ਇਸਦਾ ਅਸਰ ਹੋਏਗਾ ਜਾਂ ਹੋ ਰਿਹਾ? ਬਹੁਤ ਅਸਰ ਹੋਊਗਾ। 26 ਜਨਵਰੀ ਤੋਂ ਬਹੁਤ ਘਬਰਾਈ ਹੋਈ ਹੈ ਸਰਕਾਰ। ਉਮੀਦ ਤਾਂ ਸਾਨੂੰ ਇਹ ਹੈ ਕਿ 26 ਜਨਵਰੀ ਤੋਂ ਪਹਿਲਾਂ ਨਿਬੜ ਜੇ ਇਹ। ਅਗਰ 26 ਜਨਵਰੀ ਤੱਕ ਨਹੀਂ ਨਿਬੜਦਾ ਫਿਰ ਹੋਰ ਵੀ ਲੰਬਾ ਜਾਊਗਾ। ਪ੍ਰਧਾਨ ਜੀ ਸ਼ਹਾਦਤਾਂ ਹੋ ਰਹੀਆਂ ਨੇ, ਪਰਸੋਂ ਵੀ ਇੱਥੇ ਇੱਕ ਨੌਜਵਾਨ ਜਿਹੜਾ ਹੈਗਾ ਸਰੇਆਮ ਜਿਹੜਾ ਹੈਗਾ ਸਲਫਾਜ਼ ਖਾ ਕੇ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਸ਼ਹਾਦਤ ਦੇ ਨਾਲ ਆ ਗਿਆ, ਕਿ ਕੀ ਕਹੋਗੇ ਜਿਹੜੇ ਨੌਜਵਾਨ ਨੇ ਜਾਂ ਫਿਰ ਜਿਹੜੇ ਬਜ਼ੁਰਗ ਨੇ ਆਤਮ ਹੱਤਿਆਵਾਂ ਕਰ ਰਹੇ ਨੇ ਕੋਈ, ਜਾਂ ਫਿਰ ਹੋਰ ਕੋਈ ਮੈਸੇਜ ਕੀ ਦੇਣਾ ਚਾਹੋਗੇ ਇਸ ਅੰਦੋਲਨ ਨੂੰ ਹੋਰ ਅੱਗੇ ਕਾਮਯਾਬ ਕਰਨ ਦੇ ਲਈ? ਦੇਖੋ ਇੱਕ ਤਾਂ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਮੈਸੇਜ ਇਹ ਦੇਵਾਂਗੇ ਕਿ ਉਹ ਖੁਦਕਸ਼ੀ ਨਾ ਕਰਨ। ਅੱਜ ਵੀ ਕੱਲ ਇੱਥੋਂ ਇੱਕ ਗਿਆ ਸੀਗਾ ਮੁੰਡਾ, ਘਰੇ ਜਾ ਕੇ ਉਹਨੇ ਵੀ ਖੁਦਕਸ਼ੀ ਕਰ ਲਈ ਹੈ, ਬਹੁਤ ਮਾੜਾ ਹੋਇਆ। ਜਾਣੀ
ਖੁਦਕਸ਼ੀ ਕੋਈ ਮਸਲੇ ਦਾ ਹੱਲ ਨਹੀਂ ਹੈ ਜਣੀ। ਬਾਕੀ ਮਜਬੂਰੀ ਹੈ, ਜੇ ਕਿਸੇ ਨੂੰ ਅਟੈਕ ਹੋ ਗਿਆ, ਕੋਈ ਐਕਸੀਡੈਂਟ ਹੋ ਗਿਆ, ਇਹ ਹੁੰਦੇ ਰਹਿੰਦੇ ਆ, ਠੀਕ ਹੈ ਨਾ। ਪਰ ਇਹ ਜਿੰਨਾ ਲੰਬਾ ਹੋ ਰਿਹਾ ਹੈ, 2 ਦੀ ਐਵਰੇਜ ਰੋਜ਼ ਦੀ ਪੈ ਰਹੀ ਹੈ, 2 ਮੌਤਾਂ ਹੋ ਰਹੀਆਂ। ਇਹ ਦੇਖੋ, ਅਸੀਂ ਤਾਂ ਇਹਨੂੰ ਸਮਝਦੇ ਹਾਂ ਕਿ ਭਾਰਤ ਸਰਕਾਰ ਅਸਲ ਇਹਨਾਂ ਦੀ ਕਾਤਲ ਹੈ। ਅਗਰ ਇਹ ਅੱਜ ਨੂੰ ਨਿਬੇੜਿਆ ਹੁੰਦਾ, ਸ਼ਾਇਦ ਇਹ ਮੌਤਾਂ ਮਤਲਬ ਨਾ ਹੁੰਦੀਆਂ ਜਿਹੜੀਆਂ 60 ਤੋਂ ਉੱਪਰ ਚਲ ਗਈਆਂ। ਇਹਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੇ ਸਿਰ ਆਉਂਦੀ ਹੈ। ਪ੍ਰਧਾਨ ਜੀ, ਅਦਾਲਤ ਦੇ ਵਿੱਚ ਵੀ ਅੱਜ ਸੁਣਵਾਈ ਹੈਗੀ ਆ, ਤੇ ਕੀ ਲੱਗਦਾ, ਕੀ ਉਮੀਦ ਕੀ ਹੈ ਜਥੇਬੰਦੀਆਂ ਨੂੰ ਅਦਾਲਤਾਂ ਤੋਂ? ਕੀ ਲੱਗਦਾ ਕਿ ਕਿਸਾਨੀ ਹੱਕ ਦੇ ਵਿੱਚ ਜਿਹੜਾ ਹੈਗਾ ਫੈਸਲਾ ਹੋਏਗਾ, ਜਾਂ ਕਿਸਾਨੀ ਹੱਕ ਨੂੰ ਲੈ ਕੇ ਜਿਹੜਾ ਕੁਝ ਅੱਗੇ ਵਧੀਆ ਕੁਝ ਅੱਗੇ ਆਏਗਾ? ਦੇਖੋ, ਉਮੀਦ ਤਾਂ ਅਸੀਂ ਇਹ ਕਰਦੇ ਹਾਂ ਕਿ ਜਿਹੜੀ ਇਹ ਭਾਰਤ ਸਰਕਾਰ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ, ਮਤਲਬ ਬਿਨਾਂ ਰਾਜ ਸਭਾ ਦੇ ਵਿੱਚ ਬਹਿਸ ਕਰਾਇਆ ਤੇ ਕਰੋਨਾ ਦੀ ਆੜ ਹੇਠ ਚੋਰੀਆਂ ਕਾਨੂੰਨ ਪਾਸ ਕੀਤੇ ਆ, ਜਿਹੜੇ ਸੂਬਿਆਂ ਦੀ ਖੁਦਮੁਖਤਿਆਰੀ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ ਹੈ ਇਹਨਾਂ ਨੇ। ਸੁਪਰੀਮ ਕੋਰਟ ਨੂੰ ਰੱਦ ਕਰਨੇ ਚਾਹੀਦੇ ਆ ਕਾਨੂੰਨ। ਉਮੀਦ ਤਾਂ ਅਸੀਂ ਇਹ ਰੱਖਦੇ ਹਾਂ। ਅੱਗੇ ਫੈਸਲਾ ਆਉਣ ਵਾਲਾ ਹੈ, ਫੈਸਲੇ ਤੋਂ ਬਾਅਦ ਦੇਖਦੇ ਹਾਂ ਕੀ ਆਉਂਦਾ ਫੈਸਲਾ। ਬਿਲਕੁਲ ਜੀ, ਧੰਨਵਾਦ ਬਹੁਤ ਬਹੁਤ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ। ਇੱਕ ਨੌਜਵਾਨ ਵੀ ਹੈ, ਇਹ ਨਾਲ ਵੀ ਗੱਲਬਾਤ ਕਰ ਲੈਂਦੇ ਆ। ਜੇਕਰ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਤੇ ਨੌਜਵਾਨ ਕਿਸ ਤਰ੍ਹਾਂ ਵੇਖਦੇ ਨੇ? ਟਰੈਕਟਰ ਮਾਰਚ ਹੋਇਆ ਤੇ ਹੁਣ ਜਿਹੜਾ ਹੈਗਾ 26 ਜਨਵਰੀ ਦੀ ਤਿਆਰੀ ਕੀਤੀ ਜਾ ਰਹੀ ਹੈ, ਲਾਲ ਕਿਲੇ ਦੇ ਜਿਹੜੇ ਵਿੱਚ ਪਰੇਡ ਕਰਨ ਦੀ, ਜਿਵੇਂ ਕਿ ਪ੍ਰਧਾਨ ਜੀ ਨੇ ਕਿਹਾ। ਤੇ ਕੀ ਲੱਗਦਾ ਕਿ ਨੌਜਵਾਨਾਂ ਦੇ ਵਿੱਚ ਕਿੰਨਾ ਉਤਸ਼ਾਹ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਜਵਾਨਾਂ 'ਚ ਬਹੁਤ ਉਤਸ਼ਾਹ ਹੈ ਜੀ। ਅਸਲ 'ਚ ਸ਼ੰਭੂ ਬੈਰੀਅਲ ਤੋਂ ਹੀ ਜਿਵੇਂ ਜਿਵੇਂ ਸੱਦਾ ਦਿੱਤਾ ਗਿਆ, ਨੌਜਵਾਨ ਹਰੇਕ ਵਰਗ ਦਾ ਨੌਜਵਾਨ ਪਹੁੰਚਿਆ ਹੈ। ਮਸਲਾ ਇਹ ਹੈ ਕਿ ਜਿਹੜੀਆਂ ਜਥੇਬੰਦੀਆਂ ਨੇ ਜਾਂ ਜਿਹੜੇ ਯੂਥ ਆਗੂ ਨੇ, ਉਹ ਆਪਸ 'ਚ ਜੋ ਵਾਰਤਾਲਾਪ ਹੁੰਦੀ ਹੈ, ਉਹਨਾਂ ਦੇ ਆਪਸ 'ਚ ਗੁੱਸਾ ਜਿਹੜਾ ਉਹ ਨਾ ਕਰਨ, ਕਿਉਂਕਿ ਨੌਜਵਾਨਾਂ 'ਚ ਬਹੁਤ ਉਤਸ਼ਾਹ ਹੈ। ਉਹਨਾਂ ਦੀ ਬਦੌਲਤ ਹੀ ਅੱਜ ਇਹ ਜਿਹੜਾ ਸੰਘਰਸ਼ ਹੈ ਬਹੁਤ ਵਰਲਡ ਵਾਈਡ ਪਹੁੰਚਿਆ ਹੋਇਆ ਹੈ। ਤੇ ਕੀ ਕਹੋਗੇ, ਮੋਦੀ ਸਰਕਾਰ ਨੂੰ ਕਿਉਂ ਨਹੀਂ ਮੰਨ ਰਹੀ? ਤੇ ਮੰਨਣ ਦੇ ਲਈ ਕੀ ਲੱਗਦਾ ਕਿ 26 ਜਨਵਰੀ ਵਾਲਾ ਐਕਸ਼ਨ ਪਲਾਨ ਬਹੁਤ ਕਾਰਗਰ ਸਿੱਧ ਹੋਏਗਾ? ਵੇਖੋ ਜੀ, 26 ਜਨਵਰੀ ਇੰਡੀਆ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ, ਤੇ ਜੇ ਸਾਡੇ ਕਿਸਾਨਾਂ ਲਈ ਕੁਝ ਨਾ ਇਹਨਾਂ ਨੇ ਕੀਤਾ ਤੇ ਅਸੀਂ 26 ਜਨਵਰੀ 'ਚ ਉੱਥੇ ਪਹੁੰਚਾਂਗੇ। ਤੇ ਕੋਸ਼ਿਸ਼ ਹੈ ਕਿ ਅਸੀਂ ਇਹ ਬੈਰੀਅਰ ਤੋੜ ਕੇ ਅੱਗੇ ਲੰਘੀਏ, ਤੇ ਤਾਂ ਜੋ ਇੰਡੀਆ ਸਰਕਾਰ ਨੂੰ ਪਤਾ ਲੱਗੇ ਕਿ ਕਿਸਾਨਾਂ ਦਾ ਜਿਹੜਾ ਦੁੱਖ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਜੀ। ਲੱਗਦਾ ਕਿ ਬੈਠ ਕੇ ਲੰਗਰ ਬਣਾ ਕੇ, ਲੰਗਰ ਛਕ ਕੇ, ਲੰਗਰ ਛਕਾ ਕੇ ਬਹੁਤ ਸਮਾਂ ਹੋ ਗਿਆ। ਹੁਣ ਐਕਸ਼ਨ ਪਲਾਨ ਦਾ ਸਮਾਂ ਕੁਝ ਕਰਨਾ ਚਾਹੀਦਾ ਕਿਸਾਨਾਂ ਨੂੰ। ਬਿਲਕੁਲ ਸ਼ਾਂਤਮਈ, ਬਿਲਕੁਲ ਜੀ, ਸ਼ਾਂਤਮਈ ਤਰੀਕੇ ਨਾਲ ਹੀ। ਪਹਿਲਾਂ ਵੀ ਸ਼ਾਂਤਮਈ ਤਰੀਕੇ ਨਾਲ ਚੱਲਦਾ ਰਿਹਾ, ਹੁਣ ਵੀ ਸ਼ਾਂਤਮਈ ਤਰੀਕੇ ਨਾਲ ਚੱਲੇਗਾ। ਹੁਣ ਵੀ ਅੱਗੇ ਮੈਂ ਸਾਰਾ ਪਰਿਵਾਰ ਲੈ ਕੇ ਇੱਥੇ ਪਹੁੰਚਿਆ, ਨਿੱਕੇ ਬੱਚੇ। ਜੇ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਤਾਂ ਹੀ ਅਸੀਂ ਆਪਣੇ ਬੱਚੇ ਲੈ ਕੇ ਇੱਥੇ ਆਏ ਹਾਂ। ਹਾਂਜੀ, ਜੇ ਸਰਕਾਰਾਂ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਸੰਘਰਸ਼ ਨੂੰ ਤਾੜਪੀਣ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਬਹੁਤ ਮਾੜੀ ਗੱਲ ਹੈ ਜੀ। ਅਸੀਂ ਵੀ ਇਸ ਦੇਸ਼ ਦੇ ਵਾਸੀ ਹਾਂ, ਤੇ ਜੇ ਹੁਣ ਉਹ ਮਾੜਾ ਕਰਨਗੀਆਂ ਤੇ ਅਸੀਂ ਇਸ ਦੇਸ਼ ਨੂੰ ਆਪਣਾ ਦੇਸ਼ ਨਹੀਂ ਕਹਾਂਗੇ। ਬਿਲਕੁਲ ਜੀ, ਕਿਤੇ ਨਾ ਕਿਤੇ ਜਿਹੜਾ ਇਹ ਸੰਘਰਸ਼ ਆ, ਇਸ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਆ, ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਹੈ। 26 ਜਨਵਰੀ ਨੂੰ ਪਰੇਡ ਦੇ ਵਿੱਚ ਹਿੱਸਾ ਲੈਣ ਦੀ ਗੱਲ ਕਹੀ ਜਾ ਰਹੀ ਆ। ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੌਜਵਾਨਾਂ ਦੀ ਤਿਆਰੀ ਜਿਹੜੀ ਹੈਗੀ ਆ ਉਹ ਖਿੱਚੀ ਆਰੰਭੀ ਜਾ ਰਹੀ ਆ, ਤੇ ਵੱਡਾ ਇਕੱਠ